ਅੱਗੇ ਪੜ੍ਹਦੇ ਹਾਂ ਜੀ। ਜੈਨ ਧਰਮ ਦਾ ਪ੍ਰਸਾਰ। ਕਿੱਥੇ ਕਿੱਥੇ ਜੈਨ ਧਰਮ ਫੈਲਿਆ। ਮਹਾਵੀਰ ਨੇ ਆਪਣੀ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਸੰਘ ਦੀ ਸਥਾਪਨਾ ਕੀਤੀ। ਸੰਘ ਦਾ ਨਿਰਮਾਣ ਕੀਤਾ। ਸੰਘ ਹੁੰਦਾ ਜੀ ਆਰਗੇਨਾਈਜ਼ਡ ਗਰੁੱਪ। ਸੰਘ ਇਹ ਤੁਸੀਂ ਯਾਦ ਰੱਖਿਓ ਕਿ ਜੈਨ ਤੇ ਬੁੱਧ ਦੋਵਾਂ ਵਿੱਚ ਹੀ ਸੰਘ ਦਾ ਅਹਿਮ ਮਹੱਤਵ ਸੀ। ਸੰਘ ਮਤਲਬ ਗਰੁੱਪ। ਜਿਹੜੇ ਅਨੁਆਈ ਸੀ ਇਹਨਾਂ ਦੇ ਉਹ ਗਰੁੱਪ ਵਿੱਚ ਕੰਮ ਕਰਦੇ ਸੀ, ਧਰਮ ਦਾ ਪ੍ਰਚਾਰ ਕਰਦੇ ਸੀ। ਉਸਨੇ ਸੰਘ ਵਿੱਚ ਪੁਰਸ਼ਾਂ ਅਤੇ ਔਰਤਾਂ ਦੋਵਾਂ ਨੂੰ ਸ਼ਾਮਿਲ ਕੀਤਾ, ਜਿਸ ਵਿੱਚ ਭਿਕਸ਼ੂ ਅਤੇ ਆਮ ਅਨੁਆਈ ਦੋਵੇਂ ਸ਼ਾਮਿਲ ਸਨ। ਇਹ ਇੰਪੋਰਟੈਂਟ ਪੁਆਇੰਟ ਹੋ ਗਿਆ ਕਿ ਜਿਹੜੇ ਧਰਮ ਵਿੱਚ ਜਿਹੜੇ ਆਉਂਦੇ ਸੀ ਬੰਦੇ, ਉਹਨਾਂ ਵਿੱਚ ਔਰਤ ਮਰਦ ਆ ਸਕਦੇ ਸੀ। ਯੈਸ, ਆ ਸਕਦੇ ਸੀ। ਤੁਸੀਂ ਧਿਆਨ ਨਾਲ ਦੇਖੋ ਨਾ ਕਿ ਇਹਨਾਂ ਧਰਮਾਂ ਦਾ ਉਹਦੇ ਹੀ ਸਿਸਟਮ ਦੇ ਵਿੱਚ ਜਿਹੜੀ ਗੈਰ ਬਰਾਬਰੀ ਸੀ ਤੇ ਉਹਦੇ ਖਿਲਾਫ ਹੋਇਆ ਸੀ। ਤਾਂ ਜੋ ਗੈਰ ਬਰਾਬਰੀ ਸੀ ਸਿਸਟਮ 'ਚ, ਉਹਨੂੰ ਇਹਨਾਂ ਨੇ ਦੂਰ ਕੀਤਾ। ਪੁਰਸ਼ਾਂ ਅਤੇ ਔਰਤਾਂ ਦੋਵੇਂ ਸ਼ਾਮਿਲ ਹੋ ਸਕਦੇ ਸੀ। ਤੇ ਸੰਘ ਵਿੱਚ ਭਿਕਸ਼ੂ ਹੁੰਦੇ ਸੀ ਜੀ, ਜਿਹੜੇ ਸੀ ਮੌਂਕ, ਤੇ ਆਮ ਲੋਕ ਵੀ। ਮੌਂਕ ਉਹ ਹੋ ਗਏ ਜਿਨ੍ਹਾਂ ਨੂੰ ਸਪੈਸ਼ਲ ਕੋਡ ਆਫ ਕੰਡਕਟ ਦਾ ਪਾਲਣ ਕਰਨਾ ਪੈਂਦਾ ਸੀ। ਆਮ ਅਨੁਆਈ ਜਿਹੜੇ ਵੈਸੇ ਸਾਤਸੰਗ ਵਗੈਰਾ ਸੁਣਦੇ ਸੀ। ਆਮ ਅਨੁਆਈ ਤੇ ਭਿਕਸ਼ੂ ਦੋਨੋਂ ਸੀ। ਇਹੀ ਰੂਲ ਬੁੱਧ ਸੰਘ ਦਾ ਸੀਗਾ। ਸੰਘ ਦੇ ਮੈਂਬਰਾਂ ਦੇ ਸਮਰਪਿਤ ਕਾਰਜਾਂ ਕਾਰਨ ਜੈਨ ਧਰਮ ਤੇਜ਼ੀ ਨਾਲ ਫੈਲਿਆ। ਇਹਨਾਂ ਨੇ ਬੰਦਿਆਂ ਨੇ ਇੰਨਾ ਡਿਵੋਸ਼ਨਲ ਹੋ ਕੇ ਕੰਮ ਕੀਤਾ, ਸਮਰਪਿਤ ਕਾਰਜਾਂ ਕਾਰਨ ਜੈਨ ਧਰਮ ਬਹੁਤ ਤੇਜ਼ੀ ਨਾਲ ਫੈਲਿਆ। ਇਹ ਪੱਛਮੀ ਭਾਰਤ ਅਤੇ ਕਰਨਾਟਕਾ ਵਿੱਚ ਜ਼ਿਆਦਾ ਤੇਜ਼ੀ ਨਾਲ ਫੈਲਿਆ। ਆਹ ਇੰਪੋਰਟੈਂਟ ਗੱਲ ਹੋ ਗਈ। ਅੱਜ ਵੀ ਤੁਸੀਂ ਦੇਖਿਓ ਨਾ ਕਿ ਜਿਸ ਤਰ੍ਹਾਂ ਤੁਹਾਡੇ ਆਸ-ਪਾਸ ਦੇ ਜਿਹੜੇ ਜੈਨ ਆ, ਉਹਨਾਂ ਦੇ ਨਾ ਰਿਲੇਟਿਵ ਜੈਪੁਰ ਸਾਈਡ ਬੜੇ ਹੁੰਦੇ ਆ, ਇੱਧਰ ਰਾਜਸਥਾਨ ਸਾਈਡ, ਪੱਛਮੀ ਭਾਰਤ ਵਿੱਚ ਤੇ ਕਰਨਾਟਕਾ ਵਿੱਚ ਵੀ। ਇਸ ਏਰੀਏ ਵਿੱਚ ਜ਼ਿਆਦਾ ਤੇਜ਼ੀ ਨਾਲ ਫੈਲਿਆ ਸੀ ਜੈਨ ਧਰਮ। ਚੰਦਰਗੁਪਤ ਮੌਰਿਆ ਕਲਿੰਗਾ ਦੇ ਖਾਰਵੇਲਾ ਰਾਜੇ ਸੀ। ਕਿੱਥੇ ਰਾਜ ਕਰਦੇ ਸੀ? ਕਲਿੰਗ ਤੇ। ਕਲਿੰਗ ਉੜੀਸਾ ਵਿੱਚ। ਅਤੇ ਦੱਖਣ ਭਾਰਤ ਦੇ ਸ਼ਾਹੀ ਰਾਜਵੰਸ਼ ਜਿਵੇਂ ਗੰਗਾ, ਕਦੰਬ, ਚਲੁਕਿਆ ਅਤੇ ਰਾਸ਼ਟਰਕੂਟ, ਇਹਨਾਂ ਨੇ ਜੈਨ ਧਰਮ ਦੀ ਸਰਪ੍ਰਸਤੀ ਕੀਤੀ। ਜੈਨ ਧਰਮ ਨੂੰ ਆਪਣੀ ਪੈਟਰੋਨੇਜ ਦਿੱਤੀ। ਇਹਨਾਂ ਨੇ ਜੈਨ ਧਰਮ ਦੇ ਵਧਾਵੇ ਲਈ ਕੀ ਆ ਕੰਮ ਕੀਤੇ ਤੇ ਆਪਣੀ ਪੈਟਰੋਨੇਜ ਦਿੱਤੀ, ਸਰਪ੍ਰਸਤੀ ਕੀਤੀ। ਆਫੀਸ਼ੀਅਲੀ ਜੈਨ ਧਰਮ ਨੂੰ ਇਹ ਪਸੰਦ ਕਰਦੇ ਸੀ ਤੇ ਪ੍ਰਮੋਟ ਕਰਦੇ ਸੀ। ਚੰਦਰਗੁਪਤ ਮੌਰਿਆ, ਦੇਖੋ ਜੀ, ਇਹ ਨਾ ਪੁੱਛਿਆ ਜਾ ਸਕਦਾ। ਦੇਖੋ, ਚੰਦਰਗੁਪਤ ਮੌਰਿਆ ਨੇ ਕਿਹੜਾ ਧਰਮ ਅਪਣਾਇਆ ਸੀ? ਐਂਡ ਵਿੱਚ ਤੁਸੀਂ ਭਾਰਤ ਤੇ ਖੋਜ ਦੇਖੋਗੇ ਤਾਂ ਉਹਦੇ ਵਿੱਚ ਆਉਂਦਾ ਕਿ ਚੰਦਰਗੁਪਤ ਮੌਰਿਆ ਨੇ ਜੈਨ ਧਰਮ ਅਪਣਾ ਲਿਆ ਸੀ ਐਂਡ ਵਿੱਚ, ਤੇ ਇਹ ਵੀ ਸਟਾਰਵੇਸ਼ਨ ਟੂ ਡੈਥ ਹੋਇਆ ਸੀ ਜੀ। ਰੋਟੀ ਪਾਣੀ ਛੱਡਤੀ ਤੇ ਐਂਡ ਵਿੱਚ ਮਰ ਗਿਆ। ਚੰਦਰਗੁਪਤ ਮੌਰਿਆ ਬਹੁਤ ਵੱਡਾ ਰਾਜਾ ਹੋਇਆ ਸੀ। ਦੇਖੋ, ਚੰਦਰਗੁਪਤ ਮੌਰਿਆ ਦਾ ਪੁੱਤਰ ਬਿੰਦੂਸਾਰ, ਉਸਦਾ ਪੁੱਤਰ ਅਸ਼ੋਕਾ। ਚੰਦਰਗੁਪਤ ਮੌਰਿਆ ਨੇ ਪ੍ਰਮੋਟ ਕੀਤਾ, ਅਪਣਾਇਆ ਜੈਨ ਧਰਮ। ਬਿੰਦੂਸਾਰ ਨੇ ਅਪਣਾਇਆ ਆਜੀਵਿਕਾ ਤੇ ਅਸ਼ੋਕਾ ਨੇ ਅਪਣਾਇਆ ਬੁੱਧ। ਇਹ ਕੁਛ ਯਾਦ ਰੱਖਣੇ ਆ ਤੁਸੀਂ ਜ਼ਿਆਦਾ। ਕਲਿੰਗ ਦੇ ਖਾਰਵੇਲਾ, ਦੱਖਣ ਭਾਰਤ ਦੇ ਰਾਜਵੰਸ਼ ਜਿਵੇਂ ਗੰਗਾ, ਕਦੰਬ, ਚਲੁਕਿਆ ਤੇ ਰਾਸ਼ਟਰਕੂਟ ਵਗੈਰਾ ਨੇ ਵੀ ਜੈਨ ਧਰਮ ਦੀ ਸਰਪ੍ਰਸਤੀ ਕੀਤੀ। ਇਹ ਤੁਹਾਨੂੰ ਦੇਖਣ 'ਚ ਕੁਛ ਲਾਈਨਾਂ ਲੱਗਣੀਆਂ, ਪਰ ਇਹ ਇੱਕ ਲਾਈਨ ਦੇ ਵਿੱਚ ਪ੍ਰਸ਼ਨ ਬਣਦਾ। ਤੁਸੀਂ ਨਾ ਕਾਪੀ ਪੈਨ ਨਾਲ ਕੋਸ਼ਿਸ਼ ਕਰੋ, ਇਹਨੂੰ ਲਿਖਣ ਲੱਗ ਜਿਓ, ਯਾਦ ਵੀ ਕਰਨਾ ਆ ਅੱਗੇ ਜੀ। ਹੁਣ ਕੀ ਹੋਇਆ ਨਾ, 4ਵੀਂ ਸਦੀ ਬਿਫੋਰ ਕ੍ਰਾਈਸਟ, ਈਸਾ ਪੂਰਵ ਦੇ ਤੱਕ ਗੰਗਾ ਘਾਟੀ ਵਿੱਚ ਇੱਕ ਗੰਭੀਰ ਕਾਲ ਪੈ ਗਿਆ ਜੀ। ਇੱਥੇ ਫੇਮਾਈਨ ਆ ਗਿਆ ਆਪਣੇ ਗੰਗਾ ਘਾਟੀ, ਉੱਤਰ ਭਾਰਤ ਵਿੱਚ ਕਹਿ ਲਓ ਸਿੰਪਲੀ। ਅੱਛਾ, ਫਿਰ ਕੀ ਹੋਇਆ ਕਿ ਹੁਣ ਰੋਜੀ ਰੋਟੀ ਚਾਹੀਦੀ ਆ, ਕਿੱਥੋਂ ਲਈਏ ਖਾਣਾ? ਤੇ ਨਾ ਜੈਨੀਆਂ ਦੇ ਕੁਛ ਗਰੁੱਪ, ਕੁਛ ਲੋਕ ਸਾਊਥ ਵੱਲ ਚਲ ਗਏ। ਭੱਦਰਬਾਹੂ ਅਤੇ ਚੰਦਰਗੁਪਤ ਮੌਰਿਆ ਦੀ ਅਗਵਾਈ ਵਿੱਚ ਬਹੁਤ ਸਾਰੇ ਜੈਨ ਕਰਨਾਟਕ ਵਿੱਚ ਸ਼੍ਰਾਵਣ ਬੇਲਗੋਲਾ ਆ ਗਏ। ਉਹ ਨਾ ਕਰਨਾਟਕ ਵਿੱਚ ਜਾ ਕੇ ਵਸ ਗਏ, ਭੱਦਰਬਾਹੂ ਤੇ ਚੰਦਰਗੁਪਤ ਮੌਰਿਆ ਦੀ ਅਗਵਾਈ ਵਿੱਚ।
ਬਹੁਤ ਸਾਰੇ ਜੈਨ ਮੌਂਕ ਭਿਕਸ਼ੂ ਕਿੱਥੇ ਚਲੇ ਗਏ? ਸਾਊਥ ਚਲੇ ਗਏ। ਸਾਊਥ ਵਿੱਚ ਕਿੱਥੇ? ਕਰਨਾਟਕ ਵਿੱਚ ਸ਼੍ਰਵਣਬੇਲਗੋਲਾ ਉੱਥੇ ਚਲੇ ਗਏ। ਤੁਸੀਂ ਸਿੰਪਲ ਗੱਲ ਯਾਦ ਰੱਖਿਓ ਕਿ ਇੱਕ ਸੀ ਭਦਰਬਾਹੂ, ਬੀ ਤੋਂ ਬੰਗਲੌਰ, ਤੇ ਇੱਕ ਸੀ ਸਤੁਲਬਾਹੂ। ਭਦਰਬਾਹੂ, ਸਤੁਲਬਾਹੂ, ਤੇ ਭਦਰਬਾਹੂ ਵਾਲਾ ਗਰੁੱਪ ਚਲਾ ਗਿਆ ਸਾਊਥ ਵਿੱਚ, ਤੇ ਸਥੁਲ ਵਾਲਾ ਨਾਰਥ ਵਿੱਚ ਹੀ ਰਿਹਾ। ਤਾਂ ਇਸ ਕਰਕੇ ਜੈਨੀਆਂ ਵਿੱਚ ਦੋ ਸਮੂਹ ਬਣ ਗਏ, ਦੋ ਸੰਪਰਦਾਵਾਂ ਬਣ ਗਈਆਂ। ਕਿਉਂਕਿ ਦੇਖੋ ਨਾ, ਜਦੋਂ ਗਰੁੱਪ ਟੁੱਟ ਜਾਂਦੇ ਆ ਤਾਂ ਹੌਲੀ ਹੌਲੀ ਉਹਨਾਂ ਵਿੱਚ ਕੁਛ ਤਬਦੀਲੀਆਂ ਆ ਜਾਂਦੀਆਂ, ਤੇ ਉਹ ਇੱਕ ਦੂਜੇ ਤੋਂ ਕੁਛ ਗੱਲਾਂ ਵਿੱਚ ਅਲੱਗ ਦਿਸਣ ਲੱਗ ਪੈਂਦੇ ਆ। ਹੈ ਦੋਨੋਂ ਜੈਨੀ ਹੀ, ਪਰ ਥੋੜਾ ਵਿਭਿੰਨਤਾ ਆ ਜਾਂਦੀ ਆ। ਠੀਕ, ਆ ਯਾਦ ਰੱਖਿਓ, ਬੀ ਤੋਂ ਭਦਰਬਾਹੂ, ਬੀ ਤੋਂ ਬੰਗਲੌਰ। ਭਦਰਬਾਹੂ ਵਾਲਾ ਚਲਾ ਗਿਆ ਸਾਊਥ, ਤੇ ਸਤੁਲਬਾਹੂ ਵਾਲਾ ਨਾਰਥ ਵਿੱਚ ਹੀ ਰਿਹਾ ਗਰੁੱਪ ਜੈਨ ਭਿਕਸ਼ੂਆਂ ਦਾ। ਜਿਹੜੇ ਲੋਕ ਉੱਤਰੀ ਭਾਰਤ ਵਿੱਚ ਵਾਪਸ ਰੁਕੇ ਸਨ, ਉਹਨਾਂ ਦੀ ਅਗਵਾਈ ਸਥੁਲਬਾਹੂ ਨਾਮਕ ਭਿਕਸ਼ੂ ਦੁਆਰਾ ਕੀਤੀ ਗਈ, ਜਿਸ ਨੇ ਭਿਕਸ਼ੂਆਂ ਲਈ ਆਚਾਰ ਸੰਹਿਤਾ ਬਦਲ ਦਿੱਤੀ ਸੀ। ਨਾਰਥ ਵਾਲੇ ਨੇ, ਜਿਹੜਾ ਨਾਰਥ ਵਿੱਚ ਰਹਿ ਗਿਆ ਸੀ, ਉੱਤਰ ਭਾਰਤ ਵਿੱਚ ਰਹਿ ਗਿਆ ਸੀ ਸਥੁਲਬਾਹੂ, ਉਹਨੂੰ ਹੁਣ ਜੈਨੀਆਂ ਲਈ ਕੁਛ ਰੂਲ ਬਦਲ ਦਿੱਤੇ। ਕੋਡ ਆਫ ਕੰਡਕਟ, ਆਚਾਰ ਸੰਹਿਤਾ ਇਹ ਗੱਲ ਹੋ ਗਈ ਜੀ, ਰੂਲ ਨਿਯਮ, ਉਹ ਬਦਲ ਦਿੱਤੇ। ਇਸ ਨਾਲ ਜੈਨ ਧਰਮ ਦੇ ਦੋ ਸੰਪਰਦਾਵਾਂ ਸਵੇਤੰਬਰ ਅਤੇ ਦਿਗੰਬਰ ਦਾ ਜਨਮ ਹੋਇਆ, ਜਾਂ ਵਿੱਚ ਵੰਡਿਆ ਗਿਆ ਜੈਨ ਧਰਮ। ਦਿਗੰਬਰ ਇਹ ਹੈਗੇ ਜੀ, ਦਿਗੰਬਰ ਆਕਾਸ਼ ਪਹਿਰੇ। ਇਹ ਹੈ ਜੀ ਸਵੇਤੰਬਰ, ਮਤਲਬ ਚਿੱਟੇ ਪਹਿਨੇ। ਇਹ ਚਿੱਟੇ ਰੰਗ ਦੇ ਕੱਪੜੇ ਪਹਿਨਦੇ ਸਨ। ਤੇ ਇਹ ਕੀ ਸੀ? ਦਿਗੰਬਰ ਮਤਲਬ ਆਕਾਸ਼ ਪਹਿਰੇ, ਵੀ ਸਾਡਾ ਤਨ ਢਕਣ ਲਈ ਕੀ ਆ? ਆਕਾਸ਼। ਇਸ ਲਈ ਇਹ ਨੰਗੇ ਰਹਿੰਦੇ ਸੀ, ਕੱਪੜੇ ਨਹੀਂ ਪਾਉਂਦੇ ਸੀ। ਇਹਨਾਂ ਦਾ ਇਹ ਸੀ ਕਿ ਜਿਹੜਾ ਆਕਾਸ਼ ਆ ਉਹ ਸਾਡੇ ਵਸਤਰ ਆ। ਯਾਦ ਕਰ ਲਿਓ, ਸਵੇਤੰਬਰ ਚਿੱਟੇ ਕੱਪੜੇ ਪਾਉਣ ਵਾਲੇ, ਤੇ ਦਿਗੰਬਰ ਆਕਾਸ਼ ਪਹਿਰੇ, ਮਤਲਬ ਜਿਹੜੇ ਕਹਿੰਦੇ ਕਿ ਆਕਾਸ਼ ਸਾਡਾ ਕੀ ਆ? ਉਹ ਆ ਤਨ ਢੱਕਦਾ, ਤੇ ਨੰਗੇ ਰਹਿੰਦੇ ਸੀ। ਹੁਣ ਦੇਖੋ, ਜਿਹੜੇ ਸਾਊਥ ਵੱਲ ਗਏ ਨਾ, ਉਹ ਸੀ ਜੀ ਦਿਗੰਬਰ। ਸਾਊਥ ਵੱਲ ਗਏ ਜਿਹੜੇ, ਉਹ ਸੀ ਦਿਗੰਬਰ, ਤੇ ਜਿਹੜੇ ਨਾਰਥ ਵੱਲ ਰਹਿ ਗਏ ਉਹ ਸੀ ਸਵੇਤੰਬਰ। ਤੁਸੀਂ ਨਾ ਐਗਜ਼ਾਮ ਵਿੱਚ ਨਾ ਕਾਫੀ ਕਨਫਿਊਜ਼ ਕਰ ਜਾਣਾ, ਸਵੇਤੰਬਰ ਕੌਣ ਸੀ, ਸਤੁਲਬਾਹੂ ਵਾਲਾ ਗਰੁੱਪ ਕਿਹੜਾ ਸੀ, ਭਦਰਬਾਹੂ ਵਾਲਾ ਗਰੁੱਪ ਕਿਹੜਾ ਸੀ। ਅੱਛਾ, ਉਹਦਾ ਪਹਿਲਾਂ ਪੜ੍ਹ ਲਈਏ। ਸਾਊਥ ਵਿੱਚ ਨਾ ਇੱਕ ਇਹਨਾਂ ਦੇ ਹੋਏ ਆ ਜੈਨ, ਆਪਣੇ ਸੰਤ ਹੋਏ ਆ ਬਾਹੂਬਲੀ। ਇਹਨਾਂ ਨੂੰ ਗੋਮਟੇਸ਼ਵਰਾ ਵੀ ਕਹਿੰਦੇ ਆ। ਪੱਥਰ ਦੀ ਇਹਨਾਂ ਦੀ ਕਾਫੀ ਵੱਡੀ ਮੂਰਤੀ ਆ, ਤੇ ਇਹ ਨਿਊਡ ਮੂਰਤੀ ਆ, ਹਨਾ, ਵਸਤਰ ਨਹੀਂ ਪਹਿਨੇ ਹੋਏ ਮੂਰਤੀ ਵਿੱਚ। ਤੇ ਕਹਿੰਦੇ ਕਿ ਇਹਨਾਂ ਨੇ ਇੰਨੀ ਤਪੱਸਿਆ ਕੀਤੀ ਕਿ ਤਪੱਸਿਆ ਕਰਦੇ ਨਾ ਖੜੇ ਹੋ ਕੇ, ਕਿ ਇਹਨਾਂ ਦੇ ਬੋਡੀ ਦੇ ਉੱਤੇ ਜਿਹੜੀਆਂ ਬੇਲਾਂ ਨਹੀਂ ਹੁੰਦੀਆਂ, ਬੇਲਾਂ ਉਹ ਵੀ ਚੜ ਜਾਂਦੀਆਂ ਸੀਗੀਆਂ। ਆਹ ਦੇਖੋ, ਮੂਰਤੀ ਵਿੱਚ ਵੀ ਇਹੀ ਬਣਾਇਆ ਗਿਆ ਕਿ ਇਹਨਾਂ ਦੀ ਬੋਡੀ ਤੇ ਬੇਲ ਚੜ੍ਹਦੀ ਹੋਈ ਆ। ਕਹਿਣ ਦਾ ਭਾਵ ਇਹ ਹਿੱਲੇ ਨਹੀਂ। ਜੇ ਘਾਹ ਫੂਸ ਦੀ ਬੇਲ ਇਹਨਾਂ ਦੀ ਬੋਡੀ ਤੇ ਚੜ੍ਹਦੀ ਪਈ ਆ, ਤੇ ਇਹਨਾਂ ਨੇ ਚੜ੍ਹਨ ਦਿੱਤੀ ਤੇ ਆਪਣੀ ਤਪੱਸਿਆ ਕਰਦੇ ਰਹੇ। ਠੀਕ, ਹੁਣ ਇਹ ਮੂਰਤੀ ਹੈਗੀ ਆ ਜੀ ਸਾਊਥ ਵਿੱਚ ਮੂਰਤੀ ਆ ਇਹ। ਹੁਣ ਤੁਸੀਂ ਸਾਊਥ ਵਿੱਚ ਮੂਰਤੀ ਨੂੰ ਮਾਈਂਡ 'ਚ ਰੱਖੋ, ਤੇ ਦੱਸੋ ਉੱਤਰ ਭਾਰਤ ਵਾਲੇ ਨੰਗੇ ਰਹਿੰਦੇ ਆ ਜਾਂ ਸਾਊਥ ਵਾਲੇ? ਦੱਖਣ ਵਾਲੇ, ਕਿਉਂਕਿ ਇਹ ਮੂਰਤੀ ਦੱਖਣ ਵਿੱਚ ਆ। ਬਸ ਇਸ ਤਰ੍ਹਾਂ ਮਾਈਂਡ 'ਚ ਰਿਲੇਟ ਕਰ ਦੇਣਾ। ਮੈਂ ਦੱਸਿਆ ਸੀ ਜਿਹੜੇ ਸੀ ਆਪਣੇ ਭਦਰਬਾਹੂ, ਬੀ ਤੋਂ ਭਦਰਬਾਹੂ ਤੇ ਬੀ ਤੋਂ ਬੰਗਲੌਰ, ਉਹ ਗਏ ਸੀ ਸਾਊਥ ਵੱਲ, ਕਰਨਾਟਕਾ। ਤਾਂ ਬਸ ਭਦਰਬਾਹੂ ਵਾਲਾ ਗਰੁੱਪ ਕੀ ਸੀਗਾ? ਦਿਗੰਬਰ। ਉਹ ਕਹਿੰਦੇ ਸਾਡੇ ਤਨ ਨੂੰ ਕੌਣ ਢੱਕਦਾ ਆ? ਆਕਾਸ਼। ਤਾਂ ਜਿਹੜਾ ਨਾਰਥ ਵਾਲਾ ਰਹਿ ਗਿਆ ਉਹ ਸੀ ਸਵੇਤੰਬਰ। ਉੱਤਰ ਵਾਲਾ ਉਹ ਚਿੱਟੇ ਕੱਪੜੇ ਪਾਉਂਦੇ ਸੀ, ਤੇ ਨਾਰਥ ਵਾਲਿਆਂ ਦਾ ਹੈੱਡ ਕੌਣ ਸੀ? ਭਦਰਬਾਹੂ। ਇਸ ਤਰ੍ਹਾਂ ਤੁਸੀਂ ਕੁਝ ਯਾਦ ਕਰ ਲੈਣਾ। ਠੀਕ, ਅੱਗੇ ਪੜ੍ਹਦੇ ਹਾਂ ਜੀ। ਹੁਣ ਅਸੀਂ ਜੈਨ ਕੌਂਸਲਾਂ ਪੜ੍ਹਾਂਗੇ। ਜੈਨ ਕੌਂਸਲ, ਠੀਕ, ਵੀ ਇਹਨਾਂ ਦੀ ਮੀਟਿੰਗਾਂ। ਦੇਖੋ, ਬੁੱਧ ਤੇ ਜੈਨ ਦੋਵਾਂ ਦੀਆਂ ਮੀਟਿੰਗਾਂ ਹੋਈਆਂ ਸੀ। ਕਾਫੀ ਜ਼ਿਆਦਾ ਸਕੋਲਰ ਇਕੱਠੇ ਹੋਏ ਸੀ। ਇਕੱਠੇ ਹੋ ਕੇ ਉਹ ਨਾ ਡਿਸਕਸ਼ਨ ਕਰਦੇ ਆ ਕਿ ਸਾਡੇ ਰਹਿਬਰ ਦੀ, ਸਾਡੇ ਜਿਹੜੇ ਸੰਤ ਦੀ ਟੀਚਿੰਗ ਕੀ ਆ, ਕੋਡ ਆਫ ਕੰਡਕਟ ਤੈਅ ਕਰਦੇ ਆ। ਤੇ ਇਹਨਾਂ ਦੀਆਂ ਨਾ ਵੱਡੀਆਂ ਮੀਟਿੰਗਾਂ ਹੁੰਦੀਆਂ, ਕਿੰਨੇ ਲੋਕ ਸ਼ਾਮਿਲ ਹੁੰਦੇ ਆ।
1-2 ਸਾਲਾਂ ਬਾਅਦ ਨਹੀਂ ਮੀਟਿੰਗ ਹੁੰਦੀ, ਇੱਕ ਹੋ ਸਕਦਾ ਇੱਕ ਮੀਟਿੰਗ ਅੱਜ ਹੋਈ ਤਾਂ ਇੱਕ ਮੀਟਿੰਗ 100 ਸਾਲ ਬਾਅਦ ਹੋਈ। ਜੈਨੀਆਂ ਵਿੱਚ 2 ਮੀਟਿੰਗਾਂ ਫੇਮਸ ਆ ਜੀ, 2। ਇਹ ਤੁਸੀਂ ਯਾਦ ਰੱਖਣਾ। ਜੈਨੀਆਂ ਵਿੱਚ 2 ਮੀਟਿੰਗਾਂ ਫੇਮਸ ਆ। ਇੱਕ ਤੁਸੀਂ ਯਾਦ ਰੱਖਿਓ ਜੀ ਪੀ, ਠੀਕ ਹੈ, ਤਾਂ ਇੱਕ ਯਾਦ ਰੱਖਿਓ ਜੀ ਬੀ, ਪੀਵੀ। ਪੀ ਤੋਂ ਪਾਟਲੀਪੁੱਤਰ ਤੇ ਵੀ ਤੋਂ ਬੱਲਵੀ। ਪਹਿਲੀ ਹੋਈ ਸੀ ਕੌਂਸਲ ਪਾਟਲੀਪੁੱਤਰ ਤਾਂ ਦੂਸਰੀ ਹੋਈ ਸੀ ਵੀ ਬੱਲਵੀ। ਪਹਿਲੀ ਜੈਨ ਕੌਂਸਲ 3 ਸਦੀ ਈਸਾ ਪੂਰਵ, ਉਸ ਦੇ ਸ਼ੁਰੂ ਵਿੱਚ ਦਿਗੰਬਰਾਂ ਦੇ ਆਗੂ, ਦਿਗੰਬਰ ਸਾਊਥ ਵਾਲੇ, ਉਹਨਾਂ ਦੇ ਆਗੂ ਸਤੁਲਵਾਹੂ ਦੁਆਰਾ ਪਾਟਲੀਪੁੱਤਰ ਵਿਖੇ ਬੁਲਾਈ ਗਈ ਸੀ। ਕਿੱਥੇ ਹੋਈ ਸੀ? ਪਾਟਲੀਪੁੱਤਰ। ਪੀ ਤੋਂ ਪਾਟਲੀਪੁੱਤਰ। ਕਿਹਨੇ ਬੁਲਾਈ? ਸਤੁਲਵਾਹੂ ਨੇ। ਕੌਣ ਸੀ ਇਹ? ਦਿਗੰਬਰਾਂ ਦਾ ਆਗੂ, ਹੈਡ, ਠੀਕ ਹੈ ਜੀ। ਤੇ ਦੂਜੀ ਜੈਨ ਪ੍ਰੀਸ਼ਦ ਜਾਂ ਕੌਂਸਲ 5ਵੀਂ ਸਦੀ ਈਸਵੀ ਵਿੱਚ, ਦੇਖੋ ਕਿੰਨਾ ਸਮਾਂ ਹੋ ਗਿਆ। ਪਹਿਲੀ ਬੁਲਾਈ ਈਸਾ ਤੋਂ 300 ਸਾਲ ਪਹਿਲਾਂ ਤੇ ਦੂਜੀ 5ਵੀਂ ਸਦੀ ਈਸਵੀ ਵਿੱਚ, ਮਤਲਬ ਟੋਟਲ ਹੋ ਗਏ 800 ਸਾਲ ਬਾਅਦ। ਪਹਿਲੀ ਤੇ ਦੂਸਰੀ ਕੌਂਸਲ ਵਿੱਚ 800 ਸਾਲਾਂ ਦਾ ਫਰਕ ਹੋ ਗਿਆ। ਕਾਫੀ ਸਮੇਂ ਬਾਅਦ ਬੁਲਾਈ ਗਈ ਸੀ ਦੂਸਰੀ ਕੌਂਸਲ। ਇਹ 5ਵੀਂ ਸਦੀ ਈਸਵੀ ਵਿੱਚ ਬੱਲਵੀ ਵਿਖੇ ਹੋਈ। ਬੱਲਵੀ ਇਹ ਇੱਧਰ ਹੀ ਆ ਜੀ, ਬਿਹਾਰ ਸਾਈਡ ਹੀ ਆ, ਤੁਸੀਂ ਮੰਨ ਕੇ ਚੱਲੋ ਇੱਧਰ ਹੀ ਆ, ਬਾਕੀ ਨਕਸ਼ੇ ਤੇ ਦੇਖ ਲਿਓ। ਬੱਲਵੀ ਵਿਖੇ ਹੋਈ, ਵੀ ਤੋਂ ਬੱਲਵੀ, ਜਿਸ ਵਿੱਚ 12 ਅੰਗਾ ਨਾਮਕ ਜੈਨ ਸਾਹਿਤ ਦਾ ਅੰਤਿਮ ਸੰਕਲਨ ਪੂਰਾ ਹੋਇਆ ਸੀ। ਉਹਨਾਂ ਨੇ ਜੈਨ ਸਾਹਿਤ ਇਕੱਠਾ ਕੀਤਾ ਤੇ ਉਹਨੂੰ 12 ਅੰਗ, 12 ਅੰਗ ਦਾ ਨਾਮ ਦਿੱਤਾ। 12 ਅੰਗ ਨਾਮਕ ਜੈਨ ਸਾਹਿਤ ਦਾ ਅੰਤਿਮ ਸੰਕਲਨ, ਫਾਈਨਲ ਕੰਪਾਈਲੇਸ਼ਨ ਪੂਰੀ ਕੀਤੀ ਗਈ। ਇਹ ਪ੍ਰਸ਼ਨ ਆ ਜਾਣਾ ਕਿ 12 ਅੰਗ ਨਾਮਕ ਜੈਨ ਲਿਟਰੇਚਰ, ਜੈਨ ਸਾਹਿਤ ਦਾ ਅੰਤਿਮ ਸੰਕਲਨ ਕਿੱਥੇ ਪੂਰਾ ਹੋਇਆ ਸੀ? ਸੈਕੰਡ ਪ੍ਰੀਸ਼ਦ ਵਿੱਚ, ਕਿੱਥੇ? ਬੱਲਵੀ, ਠੀਕ ਹੈ। ਹੁਣ ਇਹਨੂੰ ਇੱਥੇ ਲਿਖ ਲਓ ਜੀ। ਪਹਿਲੀ ਜੈਨ ਕੌਂਸਲ ਪਾਟਲੀਪੁੱਤਰ ਤੇ ਦੂਸਰੀ ਬੱਲਵੀ। ਯਾਦ ਕਰ ਲਿਓ ਜੀ ਇਹ ਗੱਲਾਂ। ਅੱਗੇ ਅਸੀਂ ਪੜ੍ਹਦੇ ਹਾਂ ਜੀ ਬੁੱਧ ਧਰਮ। ਬੁੱਧ ਧਰਮ ਬਾਰੇ ਗੌਤਮ ਬੁੱਧ, ਇਹਨਾਂ ਦੇ ਮੇਨ ਜਿਹੜੇ ਹੈ ਸੰਤ ਜਿਨ੍ਹਾਂ ਤੋਂ ਇਹ ਧਰਮ ਚੱਲਿਆ, ਗੌਤਮ ਬੁੱਧ। ਉਹਨਾਂ ਦਾ ਜੀਵਨ 567 ਤੋਂ 487 BC, ਬਿਫੋਰ ਕ੍ਰਾਈਸਟ। ਇਹ ਥੋੜੇ ਛੋਟੇ ਸੀ ਮਹਾਵੀਰ ਜੈਨ ਤੋਂ, ਪਰ ਹੋਏ ਕੰਟੈਂਪਰਰੀ ਆ, ਇੱਕੋ ਹੀ ਸਮੇਂ ਹੋਏ ਆ। ਇਹ ਕਹਾਣੀ ਪ੍ਰਚਲਿਤ ਆ ਜੀ ਕਿ ਗੌਤਮ ਬੁੱਧ ਇੱਕ ਰਿਪਬਲਿਕ ਸੀ ਜੋ ਉਸ ਵੇਲੇ ਉੱਥੋਂ ਦੇ ਰਾਜੇ ਦੇ ਪੁੱਤਰ ਸੀ ਤੇ ਉਹ ਸਾਰੀ ਉਮਰ ਉਹਨਾਂ ਨੇ ਰਾਜ ਦਰਬਾਰ ਵਿੱਚ, ਰਾਜ ਦੇ ਮਹਿਲਾਂ ਵਿੱਚ ਕੱਢੀ। ਕਹਿੰਦੇ ਇੱਕ ਵਾਰੀ ਉਹ ਆਪਣੇ ਸਾਰਥੀ ਨਾਲ ਰੱਥ ਤੇ ਬਾਹਰ ਗਏ ਤੇ ਉਹਨਾਂ ਨੇ ਦੀਨ ਦੁਨੀਆ ਦੇ ਦੁੱਖ ਦੇਖੇ। ਕੋਈ ਬਿਮਾਰ ਦੇਖਿਆ, ਕੋਈ ਬਜ਼ੁਰਗ ਦੇਖਿਆ ਤੇ ਰੋਂਦੇ ਕੁਰਲਾਉਂਦੇ ਲੋਕ ਦੇਖੇ। ਤਾਂ ਉਹਨਾਂ ਦੇ ਮਨ 'ਚ ਆਈ ਵੀ ਇਹ ਕੀ ਗੱਲਾਂ ਹੋਈਆਂ। ਫਿਰ ਉਹਨਾਂ ਨੇ ਕੁਐਸਚਨ ਕਰਨੇ ਸ਼ੁਰੂ ਕੀਤੇ ਤੇ ਕੁਐਸਚਨ ਕਰਨ ਉਹਨਾਂ ਦਾ ਮਨ ਵਿਚਲਿਤ ਹੋਇਆ ਵੀ ਇਹ ਮੇਰੇ ਪ੍ਰਸ਼ਨਾਂ ਦੇ ਉੱਤਰ ਕੀ ਆ, ਹਨਾ। ਉਹਨਾਂ ਨੂੰ ਉੱਤਰਾਂ ਦੀ ਭਾਲ ਸੀ। ਫਿਰ ਉਹ ਘਰ ਛੱਡ ਕੇ ਚਲੇ ਗਏ, ਸੰਤਾਂ ਮਹਾਤਮਾਵਾਂ ਨੂੰ ਮਿਲੇ, ਕਈ ਅਧਿਆਪਕਾਵਾਂ ਨੂੰ ਮਿਲੇ, ਪਰ ਇਹਨਾਂ ਨੂੰ ਆਨਸਰ ਨਹੀਂ ਮਿਲਿਆ। ਹਾਂ, ਵਿਚਾਰ ਚਰਚਾ ਕੀਤੀ, ਡਿਸਕਸ਼ਨ ਕੀਤੀ, ਕਾਫੀ ਗੱਲਾਂ ਦੀ ਇਹਨਾਂ ਦੇ ਆਪਸ 'ਚ ਲੈਣ ਦੇਣ ਹੋਇਆ। ਪਰ ਐਂਡ ਵਿੱਚ ਨਾ ਫਿਰ ਇਹ ਕਹਿੰਦੇ ਕਿ ਬੋਧ ਗਿਆ ਬਿਹਾਰ ਵਿੱਚ ਆ, ਉੱਥੇ ਗਿਆ ਵਿੱਚ ਜਾ ਕੇ ਇੱਕ ਬੋਰਡ ਦੇ ਥੱਲੇ ਬਹਿ ਕੇ ਮੈਡੀਟੇਸ਼ਨ ਕੀਤੀ। ਫਿਰ ਇਹਨਾਂ ਨੂੰ ਗਿਆਨ ਹੋਇਆ। ਫਿਰ ਇਹਨਾਂ ਨੇ ਆਪਣਾ ਸੰਦੇਸ਼ ਦਿੱਤਾ। ਪੜ੍ਹਦੇ ਹਾਂ ਜੀ। ਬੁੱਧ ਧਰਮ ਦੇ ਸੰਸਥਾਪਕ ਗੌਤਮ ਜਾਂ ਸਿਧਾਰਥ, ਗੌਤਮ ਵੀ ਨਾਮ ਸੀ, ਸਿਧਾਰਥ ਵੀ ਕਿਹਾ ਜਾਂਦਾ ਆ, ਦਾ ਜਨਮ 567 BC ਵਿੱਚ ਕਪਿਲਵਸਤੂ ਦੇ ਨੇੜੇ ਲੁੰਬੀਨੀ ਵਿੱਚ ਹੋਇਆ। ਇਹ ਅੱਜ ਕੱਲ੍ਹ ਏਰੀਆ ਨੇਪਾਲ 'ਚ ਆ, ਲੁੰਬੀਨੀ ਵਿੱਚ ਹੋਇਆ। ਇਹ ਪ੍ਰਸ਼ਨ ਇੰਪੋਰਟੈਂਟ ਆ। ਜਨਮ ਕਿੱਥੇ ਹੋਇਆ, ਡੈਥ ਕਿੱਥੇ ਹੋਈ, ਪਹਿਲਾ ਉਪਦੇਸ਼ ਕਿੱਥੇ ਦਿੱਤਾ, ਇਸ ਤਰ੍ਹਾਂ ਦੀ ਗੱਲਾਂ ਇੰਪੋਰਟੈਂਟ ਆ। ਉਹਨਾਂ ਦੇ ਪਿਤਾ ਸੁਧੋਦਨ ਸ਼ਾਕਿਆ ਕਬੀਲੇ ਦੇ ਸਨ ਅਤੇ ਮਾਤਾ ਦਾ ਨਾਮ ਮਾਇਆ ਦੇਵੀ ਸੀ। ਮਾਤਾ ਦਾ ਨਾਮ ਇੰਪੋਰਟੈਂਟ ਆ, ਮਾਇਆ ਦੇਵੀ। ਅੱਛਾ, ਉਹਨਾਂ ਦੇ ਜਨਮ ਸਮੇਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਮਾਸੀ ਪ੍ਰਜਾਪਤੀ ਗੌਤਮੀ ਨੇ ਕੀਤਾ। ਪ੍ਰਜਾਪਤੀ ਗੌਤਮੀ ਮਾਸੀ ਸੀ। 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਯਸ਼ੋਧਰਾ ਨਾਲ ਹੋ ਗਿਆ। ਉਹ ਕੁਆਰੇ ਨਹੀਂ ਸੀ, ਵਿਆਹੇ ਸੀ, ਵਿਆਹ ਹੋਇਆ ਸੀ ਅਤੇ ਇੱਕ ਪੁੱਤਰ ਰਾਹੁਲ
ਦਾ ਜਨਮ ਹੋਇਆ। ਇੱਕ ਪੁੱਤ ਵੀ ਸੀ ਉਹਨਾਂ ਦੇ। ਇਸੇ ਹਿਸਾਬ ਨਾਲ ਮਹਾਵੀਰ ਜੈਨ ਦੇ ਵੀ ਇੱਕ ਧੀ ਸੀ। ਇੱਕ ਬਜ਼ੁਰਗ ਆਦਮੀ, ਇੱਕ ਰੋਗੀ ਮਨੁੱਖ, ਇੱਕ ਲਾਸ਼ ਅਤੇ ਇੱਕ ਸੰਨਿਆਸੀ ਦੀ ਦਿੱਖ ਨੇ ਉਹਨਾਂ ਨੂੰ ਸੰਸਾਰਿਕ ਜੀਵਨ ਤੋਂ ਦੂਰ ਕਰ ਦਿੱਤਾ। ਇਹ ਜਦੋਂ ਦੁੱਖ ਦੇਖੇ ਉਹਨਾਂ ਨੇ ਨਾ, ਤਾਂ ਉਹਨਾਂ ਦੇ ਮਨ ਵਿੱਚ ਪ੍ਰਸ਼ਨ ਹੋਇਆ, ਯਾਰ ਵੀ ਇਹ ਕੀ ਗੱਲਾਂ ਆ। ਫਿਰ ਉਹਨਾਂ ਦਾ ਮਨ ਨਾ ਸੰਸਾਰਿਕ ਜੀਵਨ 'ਚ, ਮਹਿਲਾਂ ਵਾਲੇ ਜੀਵਨ 'ਚ ਨਹੀਂ ਲੱਗਿਆ। ਉਹ 29 ਸਾਲ ਦੀ ਉਮਰ ਵਿੱਚ ਸੱਚ ਦੀ ਖੋਜ ਵਿੱਚ ਘਰ ਛੱਡ ਕੇ ਚਲੇ ਗਏ। ਸੱਚ ਦੀ ਖੋਜ ਵੀ ਇਹ ਜਿਹੜੇ ਗੱਲਾਂ ਆ, ਸੰਸਾਰ ਆ, ਆਤਮਾ ਆ, ਸੁੱਖ ਦੁੱਖ, ਇਹ ਕੀ ਚੀਜ਼ਾਂ ਆ, ਹਨਾ। ਇਹਨੂੰ ਕਹਿੰਦੇ ਜੀ ਸੱਚ ਦੀ ਤਲਾਸ਼ ਕਰਨਾ, ਆਪਣੇ ਗੁੱਝੇ ਭੇਤਾਂ ਦੇ ਆਂਸਰ ਲੱਭਣੇ। ਸੱਚ ਦੀ ਖੋਜ ਵਿੱਚ ਘਰ ਛੱਡ ਗਏ। ਉਹ 7 ਸਾਲ ਭਟਕਦੇ ਰਹੇ ਅਤੇ ਕਈ ਅਧਿਆਪਕਾਂ ਨੂੰ ਮਿਲੇ, ਪਰ ਗਿਆਨ ਪ੍ਰਾਪਤ ਨਹੀਂ ਹੋਇਆ। ਵਿਚਾਰ ਚਰਚਾ ਹੋਈ, ਗੱਲਾਂ ਬਾਤਾਂ ਹੋਈਆਂ, ਪਰ ਗਿਆਨ ਨਹੀਂ ਪ੍ਰਾਪਤ ਹੋਇਆ। ਅੰਤ ਵਿੱਚ ਉਹਨਾਂ ਨੇ ਬੋਧ ਗਿਆ, ਬਿਹਾਰ ਵਿੱਚ ਗਿਆ। ਉੱਥੇ ਇੱਕ ਬੋਧੀ ਦਰਖਤ ਹੇਠਾਂ, ਬੋਧੀ ਨਹੀਂ ਤੇ ਬਰਗਦ ਆ, ਬਰਗਦ, ਬੋੜ ਦੇ ਦਰਖਤ ਹੇਠਾਂ ਬੈਠ ਕੇ ਤਪੱਸਿਆ ਕੀਤੀ, ਜਿਸ ਤੋਂ ਬਾਅਦ ਉਹਨਾਂ ਨੂੰ 35 ਸਾਲ ਦੀ ਉਮਰ ਵਿੱਚ ਗਿਆਨ ਜਾਂ ਨਿਰਵਾਣ ਪ੍ਰਾਪਤ ਹੋਇਆ। ਅਸਲੀ ਗਿਆਨ ਪ੍ਰਾਪਤ ਹੋਇਆ। ਉਦੋਂ ਤੋਂ ਉਹ ਬੁੱਧ ਜਾਂ ਗਿਆਨਵਾਨ ਵਜੋਂ ਜਾਣੇ ਜਾਣ ਲੱਗੇ। ਜਦੋਂ ਗਿਆਨ ਪ੍ਰਾਪਤ ਹੋ ਗਿਆ, ਗਿਆਨਵਾਨ ਜਾਂ ਬੁੱਧ ਦਾ ਮਤਲਬ ਹੀ ਹੈ ਜੀ ਜਿਹਨੂੰ ਗਿਆਨ ਹੋ ਗਿਆ। ਹੁਣ ਉਹਨਾਂ ਨੂੰ ਬੁੱਧ ਕਿਹਾ ਜਾਣ ਲੱਗਾ, ਬੁੱਧੀ ਵਾਲੇ, ਗਿਆਨਵਾਨ। ਉਹਨਾਂ ਨੇ ਆਪਣਾ ਪਹਿਲਾ ਉਪਦੇਸ਼ ਫਸਟ ਸਰਮਨ, ਉਹ ਕਿੱਥੇ ਦਿੱਤਾ ਸੀ ਜੀ? ਬਨਾਰਸ ਦੇ ਨੇੜੇ ਸਾਰਨਾਥ ਵਿਖੇ ਦਿੱਤਾ। ਕਿੱਥੇ? ਸਾਰਨਾਥ, ਬਨਾਰਸ ਦੇ ਲਾਗੇ ਆ, ਈਸਟਰਨ ਯੂਪੀ ਵਿੱਚ। ਅਤੇ ਅਗਲੇ 45 ਸਾਲਾਂ ਤੱਕ ਇੱਕ ਪ੍ਰਚਾਰਕ ਦਾ ਜੀਵਨ ਬਤੀਤ ਕੀਤਾ। 45 ਸਾਲਾਂ ਤੱਕ ਉਹ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦੇ ਰਹੇ, ਕਾਫੀ ਸਮੇਂ ਤੱਕ ਪ੍ਰਚਾਰ ਕੀਤਾ। ਸਾਰਨਾਥ ਈਸਟਰਨ ਯੂਪੀ ਦੇ ਲਾਗੇ। ਉਹ 80 ਸਾਲ ਦੀ ਉਮਰ ਵਿੱਚ ਖੁਸ਼ੀ ਨਗਰ ਵਿਖੇ ਚਲਾਣਾ ਕਰ ਗਏ। ਡੈਥ ਕਿੱਥੇ ਹੋਈ? ਖੁਸ਼ੀ ਨਗਰ। ਇਹ ਜਗ੍ਹਾਵਾਂ ਇੰਪੋਰਟੈਂਟ ਹੁੰਦੀਆਂ ਜੀ। ਜਨਮ ਕਿੱਥੇ ਹੋਇਆ, ਡੈਥ ਕਿੱਥੇ ਹੋਈ, ਉਪਦੇਸ਼ ਕਿੱਥੇ ਦਿੱਤਾ। ਬੁੱਧ ਦੇ ਸਭ ਤੋਂ ਮਹੱਤਵਪੂਰਨ ਜਾਂ ਪ੍ਰਮੁੱਖ ਚੇਲੇ ਸਨ ਸਾਰੀਪੁੱਤ, ਮੋਗਲਨ, ਆਨੰਦ, ਕਸ਼ਾਪਾ ਅਤੇ ਉਪਲੀ। ਇਸ ਤਰ੍ਹਾਂ ਦੇ ਪ੍ਰਸ਼ਨ UPSC ਪੁੱਛ ਲੈਂਦਾ। 4 ਨਾਮ ਦੇ ਦੇਣੇ ਤੁਹਾਨੂੰ, ਕਹਿਣਾ ਇਹ ਕੌਣ ਸਨ? ਜੈਨ, ਮਹਾਵੀਰ ਜੈਨ ਦੇ ਚੇਲੇ, ਮਹਾਤਮਾ ਬੁੱਧ ਦੇ ਚੇਲੇ, ਜਾਂ ਜਗ੍ਹਾਵਾਂ ਦੇ ਨਾਮ। ਇਸ ਤਰ੍ਹਾਂ ਕੁਝ ਆਪਸ਼ਨ ਦਿੱਤੇ ਹੋਣਗੇ ਤਾਂ ਤੁਸੀਂ ਉਸੇ ਵੇਲੇ ਕੈਚ ਕਰ ਲੈਣਾ, ਇਹ ਬੁੱਧ ਦੇ ਮੇਨ ਚੇਲੇ ਸਨ। ਮੋਗਲਨ ਤਾਂ ਇੰਪੋਰਟੈਂਟ ਆ, ਠੀਕ। ਸਾਰੀਪੁੱਤ, ਕੌਸ਼ਲ ਦੇ ਪ੍ਰਸੰਜੀਤ ਅਤੇ ਬਿੰਬੀਸਾਰ ਅਤੇ ਮਗਧ ਦੇ ਅਜਾਤ ਸ਼ਤਰੂ। ਬਿੰਬੀਸਾਰ ਦਾ ਲੜਕਾ ਅਜਾਤ ਸ਼ਤਰੂ ਸੀ, ਇਹ ਕੀ ਸੀ? ਮਗਧ ਦੇ, ਠੀਕ। ਤੇ ਕੌਸ਼ਲ ਪ੍ਰਦੇਸ਼, ਉਸ ਦੇ ਰਾਜਾ ਪ੍ਰਸੰਜੀਤ। ਇਹਨਾਂ ਵਰਗੇ ਰਾਜਿਆਂ ਨੇ ਉਹਨਾਂ ਦੇ ਸਿਧਾਂਤਾਂ ਨੂੰ ਸਵੀਕਾਰ ਕੀਤਾ। ਕਿਹਨਾਂ ਦੇ? ਗੌਤਮ ਬੁੱਧ, ਮਹਾਤਮਾ ਬੁੱਧ, ਅਤੇ ਉਸਦੇ ਚੇਲੇ ਬਣ ਗਏ ਸੀ ਇਹ ਜੀ। ਉਹਨਾਂ ਨੇ ਸਵੀਕਾਰ ਕਰ ਲਿਆ ਇਹਨਾਂ ਦੇ ਸਿਧਾਂਤ। ਬੁੱਧ ਨੇ ਆਪਣੇ ਜੀਵਨ ਕਾਲ ਵਿੱਚ ਆਪਣਾ ਸੰਦੇਸ਼ ਉੱਤਰ ਭਾਰਤ ਵਿੱਚ ਦੂਰ ਦੂਰ ਤੱਕ ਫੈਲਾ ਲਿਆ ਸੀ। ਉਹਨਾਂ ਦੇ ਜੀਵਨ ਕਾਲ ਵਿੱਚ ਹੀ ਉਹਨਾਂ ਦਾ ਸੰਦੇਸ਼ ਉੱਤਰ ਭਾਰਤ ਵਿੱਚ ਤਾਂ ਕਾਫੀ ਦੂਰ ਤੱਕ ਫੈਲ ਗਿਆ ਸੀ। ਜਗ੍ਹਾ ਦੇਖ ਲਓ ਜੀ, ਬਨਾਰਸ, ਰਾਜਗ੍ਰਹਿ, ਸਰਵਸਤੀ, ਵੈਸ਼ਾਲੀ, ਨਲੰਦਾ, ਪਾਟਲੀਗ੍ਰਾਮ ਵਰਗੇ ਸਥਾਨਾਂ ਦਾ ਉਹਨਾਂ ਨੇ ਖੁਦ ਦੌਰਾ ਕੀਤਾ ਸੀ, ਠੀਕ ਹੈ। ਇਸ ਲਾਈਨ ਤੇ ਵੀ ਪ੍ਰਸ਼ਨ ਆਇਆ ਹੋਇਆ ਵੀ ਬੁੱਧ ਨੇ ਕਿਹੜੇ ਜਗ੍ਹਾਵਾਂ ਦਾ ਦੌਰਾ ਕੀਤਾ ਸੀ। ਮੇਨ ਤੁਹਾਨੂੰ ਜਗ੍ਹਾ ਪਤਾ ਹੋਣੀ ਚਾਹੀਦੀ ਹੈ ਜੀ। ਬਨਾਰਸ, ਰਾਜਗ੍ਰਹਿ, ਸਰਵਸਤੀ, ਵੈਸ਼ਾਲੀ, ਨਲੰਦਾ, ਪਾਟਲੀਪੁੱਤਰ ਵਰਗੇ, ਇਹ ਬੇਸਿਕਲੀ ਈਸਟਰਨ ਇੰਡੀਆ ਦੇ ਆ ਜਗ੍ਹਾਵਾਂ, ਠੀਕ। ਅੱਛਾ, ਇਹ ਵੀ ਪੁੱਛਿਆ ਜਾ ਸਕਦਾ ਕਿ ਮੀਨਾ ਆ ਜਿਹੜੇ ਬਿੰਬੀਸਾਰ ਤੇ ਅਜਾਤ ਸ਼ਤਰੂ ਸੀ ਨਾ, ਇਹ ਬੁੱਧ ਦੇ ਕੰਟੈਂਪਰੇਰੀ ਸੀ। ਅੱਗੇ ਪੜਾਂਗੇ ਇਹਨਾਂ ਬਾਰੇ ਵੀ। ਅੱਛਾ, ਇਹ ਗੱਲ ਹੋ ਗਈ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਈਸ਼ਵਰ, ਆਤਮਾ, ਕਰਮ, ਮਤਲਬ ਕਰਮਾ ਥਿਊਰੀ, ਕਰਮ, ਇਹ ਇੱਥੇ, ਅੱਛਾ ਕਰਮ ਨੂੰ ਅਸੀਂ ਬਾਅਦ ਚ ਫਿਰ ਪੜਾਂਗੇ, ਇਹ ਨੋਟ ਕਰਿਓ। ਕਰਮ, ਪੁਨਰ ਜਨਮ ਵਰਗੇ ਪ੍ਰਸ਼ਨਾਂ ਦੇ ਸੰਬੰਧ ਵਿੱਚ ਬੇਕਾਰ ਵਿਵਾਦਾਂ ਵਿੱਚ ਸ਼ਾਮਿਲ ਨਹੀਂ ਕੀਤਾ ਸੀ।
ਦੇਖੋ ਅਸੀਂ ਅੱਜ ਕੱਲ੍ਹ ਦੇ ਜਿਹੜੇ ਨਿਊ ਬੁੱਧਿਸਟ ਆ ਨਾ, ਉਹ ਕਹਿ ਦਿੰਦੇ ਆ ਕਿ ਬੁੱਧ ਨਾਸਤਿਕ ਸਨ। ਕਈ ਲੋਕ ਕਹਿ ਦਿੰਦੇ ਨਾਸਤਿਕ ਸਨ, ਪਰ ਬੁੱਧ ਨਾਸਤਿਕ ਨਹੀਂ ਸੀ, ਉਹ ਅਸਲ 'ਚ ਐਗਨੋਸਟਿਕ ਸੀ। ਉਹਨਾਂ ਨੇ ਰੱਬ, ਕਰਮ, ਆਤਮਾ, ਸੌਲ ਇਸ ਤਰ੍ਹਾਂ ਦੇ ਨਾ ਪ੍ਰਸ਼ਨਾਂ ਵਿੱਚ ਉਹ ਉਲਝੇ ਨਹੀਂ, ਤੇ ਜ਼ਿਆਦਾ ਪ੍ਰੈਕਟੀਕਲ ਰਹੇ, ਵਿਵਹਾਰਿਕ ਰਹੇ, ਨੈਤਿਕਤਾ ਵਾਲੀਆਂ ਗੱਲਾਂ ਜ਼ਿਆਦਾ ਕੀਤੀਆਂ। ਇਹ ਪੁਆਇੰਟ ਇੰਪੋਰਟੈਂਟ ਆ। ਈਸ਼ਵਰ, ਆਤਮਾ, ਕਰਮਾ ਥਿਊਰੀ, ਪੁਨਰ ਜਨਮ, ਇਹਨਾਂ ਪ੍ਰਸ਼ਨਾਂ ਦੇ ਵਿੱਚ ਆਪਣੇ ਆਪ ਨੂੰ ਨਹੀਂ ਉਲਝਾਇਆ, ਵਿਵਾਦਾਂ ਵਿੱਚ ਸ਼ਾਮਿਲ ਨਹੀਂ ਕੀਤਾ ਅਤੇ ਵਿਹਾਰਕ ਸਮੱਸਿਆਵਾਂ ਨਾਲ ਸੰਬੰਧਿਤ ਰਹੇ। ਆਪਣੇ ਆਪ ਨੂੰ ਕਿੰਨਾ ਜ਼ਿਆਦਾ ਸੰਬੰਧਿਤ ਕੀਤਾ ਪ੍ਰੈਕਟੀਕਲ ਪ੍ਰੋਬਲਮਸ ਨਾਲ। ਜਿਹੜੀ ਜ਼ਿੰਦਗੀ ਦੀਆਂ ਵਿਹਾਰਿਕ ਸਮੱਸਿਆਵਾਂ ਹੁੰਦੀਆਂ, ਪ੍ਰੈਕਟੀਕਲ ਗੱਲਾਂ ਹੁੰਦੀਆਂ, ਸਮੱਸਿਆਵਾਂ ਹੁੰਦੀਆਂ, ਉਹਨਾਂ ਬਾਰੇ ਇਹਨਾਂ ਨੇ ਜ਼ਿਆਦਾ ਵਿਚਾਰ ਦਿੱਤੇ। ਇੱਥੇ ਨਾ ਜਿਹੜਾ ਕਰਮ ਦਾ ਸਿਧਾਂਤ ਆ, ਕਰਮ ਦਾ ਸਿਧਾਂਤ ਬੁੱਧ ਨੇ ਦਿੱਤਾ ਆ, ਪਰ ਉਹ ਪਿਛਲੇ ਜਨਮ ਦੇ ਕਰਮ ਵਾਲਾ ਸਿਧਾਂਤ ਨਹੀਂ ਹੈਗਾ। ਉਹ ਇਸੇ ਜਨਮ ਵਿੱਚ ਕਰਮ ਵਾਲਾ ਸਿਧਾਂਤ ਆ ਕਿ ਜੇ ਬੁਰਾ ਕਰੋਗੇ ਤਾਂ ਬੁਰਾ ਫਲ ਮਿਲੇਗਾ। ਦੇਖੋ ਪੰਡਤਾਂ ਨੇ ਇੱਕ ਕਰਮ ਥਿਊਰੀ ਦਿੱਤੀ ਸੀ ਵੀ ਤੁਸੀਂ ਜੇ ਸ਼ੂਦਰ ਆ ਜਾਂ ਤੁਸੀਂ ਗਰੀਬ ਆ, ਉਹ ਇਸ ਲਈ ਆ ਕਿ ਤੁਸੀਂ ਪਿਛਲੇ ਜਨਮ ਵਿੱਚ ਬੁਰੇ ਕਰਮ ਕੀਤੇ। ਇਹ ਪਿਛਲੇ ਜਨਮ ਵਾਲੇ ਕਰਮ ਕਾਂਡ ਵਿੱਚ ਤੁਹਾਡੇ ਕੀ ਕਰਮ ਸੀ, ਉਸ ਦੇ ਨਾਲ ਨਹੀਂ ਬੁੱਧ ਡੀਲ ਕਰਦੇ। ਬੁੱਧ ਡੀਲ ਕਰਦੇ ਆ ਇਸ ਜਨਮ ਵਿੱਚ ਕਰਮ ਦੇ ਨਾਲ। ਕਰਮ ਥਿਊਰੀ ਹੈ ਬੁੱਧ ਦੀ, ਕਰਮਾ ਥਿਊਰੀ, ਚੰਗਾ ਕਰੋਗੇ ਤਾਂ ਚੰਗਾ ਫਲ ਮਿਲੇਗਾ, ਪਰ ਉਹ ਇਸੇ ਜਨਮ ਦੀ ਗੱਲਾਂ ਹੋ ਰਹੀਆਂ। ਠੀਕ ਹੈ, ਮਤਲਬ ਉਹ ਐਗਨੋਸਟਿਕ ਸੀ। ਰੱਬ ਹੈ ਨਹੀਂ ਹੈ, ਆਤਮਾ ਹੈ ਨਹੀਂ ਹੈ, ਇਹ ਪ੍ਰਸ਼ਨਾਂ ਵਿੱਚ ਉਹ ਉਲਝੇ ਨਹੀਂ, ਤੇ ਪ੍ਰੈਕਟੀਕਲ ਪ੍ਰੋਬਲਮਸ ਨਾਲ ਜ਼ਿਆਦਾ ਕੰਸਰਨ ਰਹੇ ਉਹ। ਠੀਕ ਹੈ, ਅੱਗੇ ਪੜ੍ਹਦੇ ਹਾਂ ਜੀ ਬੁੱਧ ਦੀਆਂ ਸਿੱਖਿਆਵਾਂ। ਇਹ ਨੈਕਸਟ ਕਲਾਸ 'ਚ ਦੇਖਦੇ ਹਾਂ। ਅੱਜ ਲਈ ਇੰਨਾ ਹੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।